ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਨਹੀਂ ਲੱਗੇਗਾ ਜੌਨਸਨ ਟੀਕਾ, ਵੈਕਸੀਨ ਦੇ ਬੈਚ ਦੇ ਵਿੱਚ ਨਿਕਲੀ ਗੜਬੜ। ਨਹੀਂ ਜਾ ਸਕੀ ਪੰਜਾਬੀ ਦੀ ਮ੍ਰਿਤਕ ਦੇ ਭਾਰਤ ਉਡਾਨਾਂ ਤੇ ਰੋਕ ਕਾਰਨ ਹੋਈ ਦੇਰੀ। ਫਰਵਰੀ ਮਹੀਨਾ ਰਿਹਾ ਕੈਨੇਡਾ ਦੀ ਆਰਥਿਕਤਾ ਦੇ ਲਈ ਚੰਗਾ, ਜਾਣੋ ਕਿੰਨੇ ਫੀਸਦੀ ਹੋਇਆ ਵਾਧਾ। ਟੈਕਸਸ ਤੋਂ ਆਇਆ ਮਨੁੱਖੀ ਤਸਕਰੀ ਦਾ ਮਾਮਲਾ ਸਾਹਮਣੇ, 90 ਤੋਂ ਵੱਧ ਲੋਕ ਸਨ ਘਰ ਦੇ ਵਿੱਚ ਕੈਦ। ਟਰੂਡੋ ਨੇ ਸਿਹਤ ਕਰਮਚਾਰੀਆਂ ਦਾ ਕੀਤਾ ਧੰਨਵਾਦ, ਕਰੋਨਾ ਦੌਰਾਨ ਪਾਈ ਯੋਗਦਾਨ ਨੂੰ ਕੀਤਾ ਸਲਾਮ। ਕੈਨੇਡਾ ਦੇ ਵਿੱਚ ਜੌਨਸਨ ਐਂਡ ਜੌਨਸਨ ਵੈਕਸੀਨ ਅਪਰੂਵ ਕਰਨ ਤੋਂ ਬਾਅਦ ਪਹਿਲੀ ਸ਼ਿਪਮੈਂਟ ਪਹੁੰਚੀ, ਪਰ ਹੁਣ ਇਸ ਸ਼ਿਪਮੈਂਟ ਨੂੰ ਹੋਲਡ ਕੀਤਾ ਗਿਆ, ਜਿਸ ਦਾ ਮਤਲਬ ਹੈ ਕਿ ਅਜੇ ਇਸ ਟੀਕੇ ਨੂੰ ਲਗਾਉਣ ਦੀ ਸ਼ੁਰੂਆਤ ਨਹੀਂ ਕੀਤੀ ਜਾਵੇਗੀ। ਜਿਹੜੀ ਕੁਝ ਤਰ੍ਹਾਂ ਦੀ ਗੜਬੜ ਸਾਹਮਣੇ ਆਈ ਹੈ, ਉਸ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ। ਬਾਕੀ ਸਾਰੀ ਡਿਟੇਲ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਨੂੰ ਜੌਨਸਨ ਵੈਕਸੀਨ ਦੀ ਪਹਿਲੀ ਸ਼ਿਪਮੈਂਟ ਪਹੁੰਚੀ, ਪਰ ਉਸ ਤੋਂ ਬਾਅਦ ਕੈਨੇਡਾ ਨੇ ਇਸ ਟੀਕੇ ਦੀ ਪਹਿਲੀ ਸ਼ਿਪਮੈਂਟ ਨੂੰ ਜਾਣੀ ਕਿ ਬੈਚ ਨੂੰ ਹੋਲਡ ਕਰ ਲਿਆ, ਜਿਸ ਦਾ ਸਾਫ਼ ਸ਼ਬਦਾਂ ਦੇ ਵਿੱਚ ਮਤਲਬ ਹੈ ਕਿ ਜੌਨਸਨ ਐਂਡ ਜੌਨਸਨ ਟੀਕਾ ਜਿਹੜਾ ਕੈਨੇਡਾ ਨੂੰ ਮਿਲਿਆ ਹੈ, ਉਹ ਫਿਲਹਾਲ ਲੋਕਾਂ ਨੂੰ ਨਹੀਂ ਲਗਾਇਆ ਜਾਵੇਗਾ, ਕਿਉਂਕਿ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ। ਏਜੰਸੀ ਦਾ ਕਹਿਣਾ ਹੈ ਕਿ ਟੀਕੇ ਦੀ ਫਾਈਨਲ ਪ੍ਰੋਸੈਸਿੰਗ ਵਾਲਾ ਡਰੱਗ ਸਬਸਟੈਂਸ ਐਮਰਜੈਂਟ ਬਾਇਓ ਸੋਲਿਊਸ਼ਨ ਪਲਾਂਟ ਦੇ ਵਿੱਚ ਬਣਾਇਆ ਗਿਆ, ਜੋ ਕਿ ਮੈਰੀਲੈਂਡ ਦੇ ਵਿੱਚ ਹੈ। ਫਿਰ ਇਸ ਸਬਸਟੈਂਸ ਨੂੰ ਯੂਐਸ ਦੇ ਬਾਹਰ ਸਥਿਤ ਅਗਲੀ ਜਗ੍ਹਾ ਭੇਜਿਆ ਗਿਆ ਤਾਂ ਕਿ ਟੀਕਾ ਤਿਆਰ ਕੀਤਾ ਜਾਵੇ। ਇਸ ਤੋਂ ਪਹਿਲਾਂ ਪਲਾਂਟ ਦੇ ਬਾਰੇ ਵਿੱਚ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਕਿਹਾ ਗਿਆ ਸੀ ਕਿ ਇਸ ਪਲਾਂਟ ਦੇ ਨਾਲ ਕਈ ਉਲੰਘਣ ਸ਼ਾਮਿਲ ਹਨ, ਜਿਨ੍ਹਾਂ ਦੇ ਵਿੱਚ ਕਲੀਨਿੰਗ ਅਤੇ ਹੋਰ ਵੀ ਕਈ ਗੱਲਾਂ ਦਾ ਹਵਾਲਾ ਦਿੱਤਾ ਗਿਆ ਸੀ। ਉਦੋਂ ਤੋਂ ਹੀ FDA ਵੱਲੋਂ ਕਿਹਾ ਗਿਆ ਸੀ ਕਿ ਜੌਨਸਨ ਐਂਡ ਜੌਨਸਨ ਟੀਕੇ ਬਣਾਉਣੇ ਬੰਦ ਕੀਤੇ ਜਾਣ ਜਦ ਤੱਕ ਇਹ ਸਭ ਕੁਝ ਠੀਕ ਨਹੀਂ ਹੋ ਜਾਂਦਾ, ਜਿਸ ਦੇ ਨਤੀਜੇ ਵਜੋਂ 15 ਮਿਲੀਅਨ ਡੋਜ਼ਸ ਖਰਾਬ ਹੋ ਗਈਆਂ। ਹੈਲਥ ਏਜੰਸੀ ਵੱਲੋਂ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਵੱਲੋਂ ਫਾਰਮਾਸਿਊਟੀਕਲ ਕੰਪਨੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਉਹਨਾਂ ਦੇ ਕੋਲ ਸੁਰੱਖਿਅਤ ਡੋਜ਼ਸ ਬਣ ਜਾਣਗੀਆਂ ਤਦ ਡਿਲੀਵਰ ਕੀਤੀਆਂ ਜਾਣ। ਏਜੰਸੀ ਵੱਲੋਂ ਨਾਲ ਹੀ ਦਾਅਵਾ ਕੀਤਾ ਗਿਆ ਕਿ ਇਸੇ ਪਲਾਂਟ ਦੇ ਵਿੱਚ 1.5 ਮਿਲੀਅਨ ਐਸਟ੍ਰੋਜੈਨਿਕਾ ਟੀਕਾ ਵੈਕਸੀਨ ਬਣਾਈਆਂ ਗਈਆਂ, ਜਿਹੜੀਆਂ ਕਿ ਮਾਰਚ ਦੇ ਆਖਿਰ ਤੱਕ ਕੈਨੇਡਾ ਨੂੰ ਡਿਲੀਵਰ ਕੀਤੀਆਂ ਗਈਆਂ ਅਤੇ ਇਹਨਾਂ ਨੂੰ ਏਜੰਸੀ ਵੱਲੋਂ ਸੁਰੱਖਿਅਤ ਦੱਸਿਆ ਗਿਆ। ਇਹ ਟੀਕੇ ਦੇ ਬਾਰੇ ਵਿੱਚ ਸਟੇਟਮੈਂਟ ਸਾਹਮਣੇ ਆਉਣ ਤੋਂ ਬਾਅਦ ਹੈਲਥ ਕੈਨੇਡਾ ਨੂੰ ਪਤਾ ਚੱਲਿਆ ਕਿ ਜਿਹੜੀ ਉਹਨਾਂ ਨੂੰ ਸ਼ਿਪਮੈਂਟ ਅਪ੍ਰੈਲ 28 ਨੂੰ ਪਹੁੰਚੀ, ਇਸ ਦੇ ਵਿੱਚ ਉਹੀ ਡਰੱਗ ਸਬਸਟੈਂਸ ਇਸਤੇਮਾਲ ਕੀਤਾ ਗਿਆ ਜਿਹੜਾ ਐਮਰਜੈਂਟ ਸਾਈਟ ਦੇ ਵਿੱਚ ਤਿਆਰ ਕੀਤਾ ਗਿਆ ਸੀ। ਹੁਣ ਇਸ ਸਭ ਤੋਂ ਬਾਅਦ ਕੈਨੇਡਾ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੌਨਸਨ ਟੀਕੇ ਦੀ ਜਿਹੜੀ ਉਹਨਾਂ ਨੂੰ ਪਹਿਲੀ ਸ਼ਿਪਮੈਂਟ ਪਹੁੰਚੀ ਹੈ, ਉਸ ਨੂੰ ਅਜੇ ਨਹੀਂ ਲਗਾਇਆ ਜਾਵੇਗਾ, ਭਾਵ ਕਿ ਉਸ ਨੂੰ ਹੋਲਡ ਕੀਤਾ ਗਿਆ ਹੈ। ਕੈਨੇਡਾ ਵੱਲੋਂ ਭਾਰਤ ਦੇ ਨਾਲ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ। ਇਸੇ ਦੇ ਚੱਲਦਿਆਂ ਮਾਮਲਾ ਸਾਹਮਣੇ ਆਇਆ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਈ ਸੀ, ਜਿਸ ਦਾ ਨਾਮ ਅਮਰਿੰਦਰ ਸਿੰਘ ਸੀ। ਉਸ ਦੀ ਮ੍ਰਿਤਕ ਦੇਹ ਭਾਰਤ ਨਹੀਂ ਪਹੁੰਚ ਸਕੀ। ਇਸ ਦੀ ਕਜ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਪੂਰਾ ਪੇਪਰ ਵਰਕ 에ਅਰਪੋਰਟ ਦੇ ਉੱਪਰ ਕਰ ਲਿਆ ਗਿਆ ਸੀ, ਪਰ ਫੈਡਰਲ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਭਾਰਤ ਦੇ ਨਾਲ ਉਡਾਨਾਂ ਬੰਦ ਕੀਤੀਆਂ ਜਾ ਰਹੀਆਂ ਨੇ। ਇਸੇ ਦੇ ਚੱਲਦਿਆਂ ਅਮਰਿੰਦਰ ਸਿੰਘ ਦੀ ਮ੍ਰਿਤਕ ਦੇਹ ਜਿਹੜੀ ਹੈ ਉਹ ਅਗਲੇ ਹਫ਼ਤੇ ਹੁਣ ਭਾਰਤ ਭੇਜੀ ਜਾਵੇਗੀ। ਭਾਰਤ ਦੇ ਨਾਲ ਕੈਨੇਡਾ ਤੋਂ ਜੋ ਉਡਾਨਾਂ ਦੇ ਉੱਪਰ ਰੋਕ ਲੱਗੀ, ਉਸ ਤੋਂ ਬਾਅਦ ਜਿਸ ਪੰਜਾਬੀ ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਤ ਹੋਈ ਸੀ, ਉਸ ਦੀ ਮ੍ਰਿਤਕ ਦੇਹ ਭਾਰਤ ਦੇ ਵਿੱਚ ਅਜੇ ਤੱਕ ਨਹੀਂ ਪਹੁੰਚ ਸਕੀ। ਦੱਸ ਦਈਏ ਕਿ ਅਪ੍ਰੈਲ 5 ਨੂੰ ਕੈਨੇਡਾ ਦੇ ਵਿੱਚ ਰਹਿੰਦੇ ਅਮਰਿੰਦਰ ਸਿੰਘ ਦੀ ਮੌਤ ਹੋ ਗਈ, ਜਿਸ ਦੇ ਚੱਲਦਿਆਂ ਇਸ ਨੌਜਵਾਨ ਦੀ ਮ੍ਰਿਤਕ ਦੇਹ ਬ੍ਰਿਟਿਸ਼ ਕੋਲੰਬੀਆ ਤੋਂ ਭਾਰਤ ਭੇਜੀ ਜਾਣੀ ਸੀ, ਪਰ ਫੈਡਰਲ ਸਰਕਾਰ ਵੱਲੋਂ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ, ਜਿਸ ਦੇ ਚੱਲਦਿਆਂ ਅਜੇ ਤੱਕ ਮ੍ਰਿਤਕ ਦੇਹ ਭਾਰਤ ਨਹੀਂ ਭੇਜੀ ਜਾ ਸਕੀ। ਇਸ 29 ਸਾਲਾ ਨੌਜਵਾਨ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ। ਅਮਰਿੰਦਰ ਸਿੰਘ ਦੀ ਕਜ਼ਨ ਵਿਮਲਜੀਤ ਕੌਰ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਅਮਰਿੰਦਰ ਦੀ ਮ੍ਰਿਤਕ ਦੇਹ ਨੂੰ 에ਅਰਪੋਰਟ ਦੇ ਉੱਪਰ ਅਪ੍ਰੈਲ 23 ਨੂੰ ਉਹ ਲੈ ਕੇ ਗਏ, ਜਿੱਥੋਂ ਉਸ ਨੂੰ ਦਿੱਲੀ ਵਿਖੇ ਭੇਜਿਆ ਜਾਣਾ ਸੀ। ਇਹ ਡੈੱਡ ਬੋਡੀ 에ਅਰਪੋਰਟ ਦੇ ਉੱਪਰ ਸੀ ਤੇ ਪੇਪਰ ਵਰਕ ਵੀ ਪੂਰਾ ਹੋ ਚੁੱਕਿਆ ਸੀ। ਉਸੇ ਸਮੇਂ ਫੈਡਰਲ ਸਰਕਾਰ ਵੱਲੋਂ ਭਾਰਤ ਦੇ ਨਾਲ ਸਾਰੀਆਂ ਪ੍ਰਾਈਵੇਟ ਅਤੇ ਪੈਸੇਂਜਰ ਫਲਾਈਟਸ ਦੇ ਉੱਪਰ ਰੋਕ ਲਗਾ ਦਿੱਤੀ ਗਈ, ਜਿਸ ਦੇ ਚੱਲਦਿਆਂ ਇਸ ਮ੍ਰਿਤਕ ਦੇਹ ਨੂੰ ਵਾਪਸ ਫਿਊਨਰਲ ਹੋਮ ਭੇਜ ਦਿੱਤਾ ਗਿਆ। ਕਲੀਅਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਅਮਰਿੰਦਰ ਸਿੰਘ ਨੂੰ ਕੈਨੇਡਾ ਆਇਆ ਅਜੇ ਕੁਝ ਹੀ ਮਹੀਨੇ ਹੋਏ ਸਨ। ਉਸ ਦੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਦੇ ਵਾਸਤੇ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸਨ, ਪਰ ਹੁਣ ਅਮਰਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਦੇ ਵਿੱਚ ਅਗਲੇ ਹਫ਼ਤੇ ਭੇਜਿਆ ਜਾਵੇਗਾ। ਜੇਕਰ ਸਭ ਕੁਝ ਠੀਕ ਹੋ ਜਾਂਦਾ, ਪਲਾਨ ਦੇ ਅਨੁਸਾਰ ਹੁੰਦਾ, ਤਾਂ ਉਸ ਦੀ ਜਾਣੀ ਕਿ ਅਮਰਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਪਹੁੰਚ ਜਾਣੀ ਸੀ।
ਕਰੋਨਾ ਵਾਇਰਸ ਦਾ ਅਸਰ ਕੈਨੇਡਾ ਦੀ ਆਰਥਿਕਤਾ ਦੇ ਉੱਪਰ ਵੀ ਪਿਆ, ਪਰ ਹੁਣ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਫਰਵਰੀ ਮਹੀਨੇ ਦੇ ਵਿੱਚ ਵੀ ਜਿਹੜੀ ਆਰਥਿਕਤਾ ਹੈ ਉਸ ਦੇ ਵਿੱਚ ਸੁਧਾਰ ਦੇਖਿਆ ਗਿਆ। ਨਾਲ ਦੀ ਨਾਲ ਹਰ ਮਹੀਨੇ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਕਿਹੜੀਆਂ ਚੀਜ਼ਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਫਰਵਰੀ ਮਹੀਨੇ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਵਾਧਾ ਹੋਇਆ ਹੈ। ਇਸ ਮਹੀਨੇ ਆਰਥਿਕਤਾ 0.4% ਵੱਧ ਹੋਈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਸਾਲ ਦੇ ਪਹਿਲੇ ਕੁਆਰਟਰ ਦੌਰਾਨ ਆਰਥਿਕਤਾ ਦੇ ਵਿੱਚ 6.5% ਉਛਾਲ ਦੇਖਣ ਨੂੰ ਆਇਆ। ਮਾਰਚ ਦੇ ਵਿੱਚ 0.9% ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ। ਜੋ ਫਰਵਰੀ ਮਹੀਨੇ ਦੇ ਵਿੱਚ ਗੇਨ ਹੋਇਆ, ਉਹ ਪਿਛਲੇ ਸਾਲ ਫਰਵਰੀ ਮਹੀਨੇ ਦੇ ਨਾਲੋਂ 2% ਘੱਟ ਹੈ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਕਾਰੋਬਾਰ ਬੰਦ ਪਏ। ਇਸ ਕਰੋਨਾ ਵਾਇਰਸ ਦਾ ਅਸਰ ਆਰਥਿਕਤਾ ਦੇ ਉੱਪਰ ਵੀ ਪਿਆ, ਪਰ ਹੁਣ ਹੌਲੀ-ਹੌਲੀ ਇਸ ਦੇ ਵਿੱਚ ਸੁਧਾਰ ਦਿਖ ਰਿਹਾ ਹੈ। ਮਾਰਚ ਮਹੀਨੇ ਦੇ ਅੰਕੜੇ ਬਾਰੇ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਜੂਨ ਮਹੀਨੇ ਫਾਈਨਲ ਕੀਤੀ ਜਾਵੇਗੀ। ਫਰਵਰੀ ਮਹੀਨੇ ਰੀਟੇਲ ਸੇਲ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ। ਇਸ ਦੀ ਜਾਣਕਾਰੀ ਵੀ ਸਟੈਟਿਸਟਿਕਸ ਕੈਨੇਡਾ ਨੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਮੈਨੂਫੈਕਚਰਿੰਗ ਵੀ 0.9% ਫਰਵਰੀ ਮਹੀਨੇ ਵੱਧ ਰਹੀ। ਰੀਟੇਲ ਦੇ ਵਿੱਚ 4.5% ਦਾ ਵਾਧਾ ਦੇਖਿਆ ਗਿਆ। ਇਸ ਦੇ ਨਾਲ ਹੀ ਫਰਵਰੀ ਮਹੀਨੇ ਕੰਸਟਰਕਸ਼ਨ ਵੀ ਕਾਫੀ ਜ਼ਿਆਦਾ ਵੱਧ ਹੋਈ। ਜਿਹੜੇ ਸਟੋਰਾਂ ਵੱਲੋਂ ਬਿਲਡਿੰਗ ਮਟੀਰੀਅਲ ਅਤੇ ਗਾਰਡਨ ਇਕਵਿਪਮੈਂਟ ਵੇਚੇ ਜਾ ਰਹੇ ਸਨ, ਉਹਨਾਂ ਦੀ ਵੀ ਚੰਗੀ ਸੇਲ ਹੋਈ ਹੈ। 5 ਮਹੀਨਿਆਂ ਦੇ ਡਿਕਲਾਈਨ ਤੋਂ ਬਾਅਦ ਫੂਡ ਸਰਵਿਸਿਜ਼ ਦੇ ਵਿੱਚ ਵੀ 3.5% ਦਾ ਉਛਾਲ ਆਇਆ। ਅਮਰੀਕਾ ਦੇ ਟੈਕਸਸ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜੋ ਕਿ ਮਨੁੱਖੀ ਤਸਕਰੀ ਦੇ ਨਾਲ ਜੁੜਿਆ ਹੋਇਆ ਸੀ। ਇਸ ਦੌਰਾਨ 90 ਦੇ ਕਰੀਬ ਲੋਕ ਇੱਕ ਘਰ ਦੇ ਵਿੱਚ ਕੈਦ ਪਾਏ ਗਏ, ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਿਲ ਸਨ ਅਤੇ ਇੱਕ ਬੱਚਾ ਵੀ ਸ਼ਾਮਿਲ ਸੀ। ਦੱਸਿਆ ਗਿਆ ਹੈ ਕਿ ਇਹਨਾਂ ਦੇ ਵਿੱਚ ਕਈ ਅਜਿਹੇ ਸਨ ਜਿਹੜੇ ਕਿ ਕਰੋਨਾ ਪੋਜ਼ਿਟਿਵ ਪਾਏ ਗਏ। ਮਾਮਲਾ ਅਮਰੀਕਾ ਦੇ ਟੈਕਸਸ ਤੋਂ ਸਾਹਮਣੇ ਆਇਆ, ਜਿੱਥੇ ਇੱਕ ਘਰ ਦੇ ਵਿੱਚ 90 ਦੇ ਕਰੀਬ ਪ੍ਰਵਾਸੀ ਮਿਲੇ ਅਤੇ ਇਹਨਾਂ ਵਿੱਚੋਂ ਕਈ ਜਾਣੇ ਕਰੋਨਾ ਪੋਜ਼ਿਟਿਵ ਪਾਏ ਗਏ। ਅਮਰੀਕਾ ਦੇ ਸੂਬੇ ਟੈਕਸਸ ਤੋਂ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜੋ ਕਿ ਹਿਊਮਨ ਟ੍ਰੈਫਿਕਿੰਗ ਦੇ ਨਾਲ ਜੁੜਿਆ ਹੋਇਆ। ਇੱਥੇ 90 ਦੇ ਕਰੀਬ ਲੋਕ 2 ਮੰਜ਼ਿਲਾ ਘਰ ਦੇ ਵਿੱਚ ਮਿਲੇ, ਜਿਨ੍ਹਾਂ ਵਿੱਚੋਂ 5 ਜਾਣੇ ਅਜਿਹੇ ਸਨ ਜਿਹੜੇ ਕਿ ਕਰੋਨਾ ਪੋਜ਼ਿਟਿਵ ਪਾਏ ਗਏ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੇ ਹਿਊਸਟਨ ਦੇ ਇੱਕ ਘਰ ਦੇ ਵਿੱਚ ਛਾਪਾ ਮਾਰਿਆ ਸੀ। ਇਸ ਤੋਂ ਪਹਿਲਾਂ ਇੱਕ ਸਰਚ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਘਰ ਦੇ ਵਿੱਚ ਕੈਦ ਜੋ ਲੋਕ ਪਾਏ ਗਏ, ਉਹਨਾਂ ਦੇ ਵਿੱਚ ਬੱਚਾ ਵੀ ਸ਼ਾਮਿਲ ਸੀ। ਜੋ ਲੋਕ ਇਸ ਦੌਰਾਨ ਕੈਦ ਦੇ ਵਿੱਚ ਪਾਏ ਗਏ, ਉਹਨਾਂ ਵਿੱਚ ਘੱਟੋ-ਘੱਟ 20 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਲੋਕ ਸਨ ਅਤੇ ਇਹਨਾਂ ਵਿੱਚ 5 ਮਹਿਲਾਵਾਂ ਵੀ ਸ਼ਾਮਿਲ ਸਨ। ਜਿਹੜੇ ਲੋਕ ਇਸ ਮਾਮਲੇ 'ਚ ਵਿਕਟਿਮ ਪਾਏ ਗਏ, ਉਹਨਾਂ ਦੀ ਨਾਗਰਿਕਤਾ ਬਾਰੇ ਅਜੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ। ਫਿਲਹਾਲ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਸਾਰੇ ਲੋਕ ਪ੍ਰਵਾਸੀ ਸਨ। ਇਸ ਬਾਰੇ ਹਿਊਮਨ ਸਮਗਲਿੰਗ ਇਨ ਟੈਕਸਸ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਲੋਕ ਕਾਫੀ ਦਿਨਾਂ ਤੋਂ ਭੁੱਖੇ ਸਨ ਅਤੇ ਇਹਨਾਂ ਵਿੱਚੋਂ ਕਈ ਅਜਿਹੇ ਸਨ ਜਿਨ੍ਹਾਂ ਦੇ ਵਿੱਚ ਕੋਵਿਡ-19 ਵਾਇਰਸ ਦੇ ਸਿੰਪਟਮਸ ਪਾਏ ਗਏ। ਇਸ ਸਭ ਤੋਂ ਬਾਅਦ ਸਿਹਤ ਵਿਭਾਗ ਨੇ ਕੋਵਿਡ-19 ਦਾ ਰੈਪਿਡ ਟੈਸਟ ਕੀਤਾ, ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਕਿ ਇਹਨਾਂ ਵਿੱਚ 5 ਜਾਣੇ ਕਰੋਨਾ ਪੋਜ਼ਿਟਿਵ ਹਨ। ਫਿਲਹਾਲ ਇਹਨਾਂ ਲੋਕਾਂ ਨੂੰ ਮੈਡੀਕਲ ਸੇਵਾ, ਭੋਜਨ ਅਤੇ ਪਾਣੀ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ। ਦੱਸ ਦਈਏ ਕਿ ਟੈਕਸਸ ਦੇ ਵਿੱਚ ਬੀਤੇ ਹਫ਼ਤੇ ਵੀ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਿਹੜੇ ਕਿ ਹਿਊਮਨ ਟ੍ਰੈਫਿਕਿੰਗ ਜਾਣੀ ਕਿ ਮਨੁੱਖੀ ਤਸਕਰੀ ਦੇ ਨਾਲ ਹੀ ਜੁੜੇ ਹੋਏ ਸਨ। ਇੱਥੇ ਪਹਿਲਾਂ ਵੀ 4 ਘਰਾਂ ਦੇ ਵਿੱਚ ਛਾਪਾ ਮਾਰਿਆ ਗਿਆ ਸੀ, ਜਿੱਥੇ 52 ਦੇ ਕਰੀਬ ਲੋਕ ਮਿਲੇ ਸਨ। ਬਾਅਦ ਦੇ ਵਿੱਚ ਜੋ ਛਾਪਾ ਮਾਰਿਆ ਗਿਆ ਉਸ ਦੇ ਵਿੱਚ 27 ਲੋਕ ਮਿਲੇ ਸਨ। ਫਿਜ਼ੀਸ਼ੀਅਨਸ ਡੇ ਦੇ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਖਾਸ ਸੰਦੇਸ਼ ਜਾਰੀ ਕੀਤਾ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ तमाम ਹੈਲਥ ਕੇਅਰ ਵਰਕਰਸ ਜਿਹੜੇ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕਰਦਿਆਂ ਆਪਣੀ ਜ਼ਿੰਮੇਵਾਰੀ ਜਾਣੀ ਕਿ ਆਪਣੀ ਸੇਵਾ ਨਿਭਾ ਰਹੇ ਹਨ। ਇਸ ਦੇ ਚੱਲਦਿਆਂ ਉਹਨਾਂ ਦੇ ਸ਼ੁਕਰਗੁਜ਼ਾਰ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਹਨਾਂ ਦੇ ਹੌਸਲੇ ਨੂੰ ਸਲਾਮ ਕੀਤੀ ਗਈ ਹੈ। ਕੈਨੇਡਾ ਦੇ ਵਿੱਚ ਫਿਜ਼ੀਸ਼ੀਅਨਸ ਡੇ ਦੇ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਸ ਸੰਦੇਸ਼ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ तमाम ਹੈਲਥ ਕੇਅਰ ਵਰਕਰਸ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਹਾਲਾਤ ਕਾਫੀ ਜ਼ਿਆਦਾ ਚੁਣੌਤੀ ਭਰੇ ਹਨ, ਪਰ ਫਿਰ ਵੀ ਇਹ ਸਿਹਤ ਕਾਮੇ ਕੈਨੇਡਾ ਦੇ ਵਿੱਚ ਦੂਸਰਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਰੋਜ਼ਾਨਾ ਘਰ ਤੋਂ ਬਾਹਰ ਕਦਮ ਰੱਖਦੇ ਹਨ ਅਤੇ ਫਰੰਟਲਾਈਨ ਵਰਕਰ ਦੇ ਤੌਰ ਦੇ ਉੱਪਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਹਾਲਾਤਾਂ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਇਸ ਦੌਰਾਨ ਕਾਫੀ ਜ਼ਿਆਦਾ ਚੁਣੌਤੀਆਂ ਆਈਆਂ, ਪਰ ਫਿਰ ਵੀ ਸਿਹਤ ਕਾਮਿਆਂ ਵੱਲੋਂ ਆਪਣੇ ਕੰਮ ਨੂੰ ਜਾਣੀ ਕਿ ਸੇਵਾ ਨੂੰ ਜਾਰੀ ਰੱਖਿਆ ਗਿਆ। ਇਹਨਾਂ ਸਿਹਤ ਕਾਮਿਆਂ ਵੱਲੋਂ ਕਈ ਕੈਨੇਡੀਅਨਸ ਦੀ ਜਾਨ ਬਚਾਈ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹਮੇਸ਼ਾ ਤੁਹਾਡੇ ਨਾਲ ਹੈ ਤੇ ਜਿਹੜਾ ਤੁਹਾਡੇ ਵੱਲੋਂ ਕੰਮ ਇਸ ਕਰੋਨਾ ਵਾਇਰਸ ਦੇ ਸਮੇਂ ਦੌਰਾਨ ਵੀ ਕੀਤਾ ਜਾ ਰਿਹਾ ਹੈ, ਇਸ ਦੇ ਵਾਸਤੇ ਤੁਹਾਡਾ ਧੰਨਵਾਦ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਰੋਸਾ ਦਿਵਾਇਆ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਕੰਮ ਕਰਨ ਵਾਲੇ ਸਿਹਤ ਕਾਮਿਆਂ ਦੇ ਨਾਲ ਉਹਨਾਂ ਦੀ ਸਰਕਾਰ ਹਮੇਸ਼ਾ ਖੜੀ ਹੈ। Hello everyone and happy National Physicians Day. Today we celebrate all of you, Canada's doctors and health professionals who do so much to heal our communities and keep people healthy. I know this is an extremely challenging time for all of you. You've been on the front lines of our fight against COVID-19 for over a year now. I know you're exhausted, and I know it's been an incredibly stressful time for you and for your families. But despite that, you step up every single day, and your work has been nothing short of remarkable. That dedication and that commitment to Canadians has saved and continues to save countless lives. For that and for so much more, I want to say thank you. And I want you to know that as we continue to deal with COVID-19, our government will continue to have your backs. We will continue to make sure that you have the supplies and support you need to keep yourselves and others safe and healthy, and together we will beat this virus once and for all. And when we do, we'll be a stronger, safer, and more resilient country because of it. Once again, thank you for all that you do. We as Canadians owe you so much. Please, stay safe and healthy, everyone. ਇਮੀਗ੍ਰੇਸ਼ਨ ਵਿਭਾਗ ਵੱਲੋਂ ਜਿਹੜਾ ਟੀਚਾ ਮਿੱਥਿਆ ਗਿਆ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਲ ਦੇ ਵਿੱਚ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ, ਇਸ ਨੂੰ ਲੈ ਕੇ ਇਮੀਗ੍ਰੇਸ਼ਨ ਵਿਭਾਗ ਕਾਫੀ ਜ਼ਿਆਦਾ ਗੰਭੀਰ ਹੈ ਕਿਉਂਕਿ ਸਮੇਂ-ਸਮੇਂ ਦੇ ਉੱਪਰ ਕਈ ਡਰਾਅ ਕੱਢੇ ਜਾ ਰਹੇ ਹਨ, ਚਾਹੇ ਉਹ PNP ਡਰਾਅ ਹੋਵੇ, ਚਾਹੇ ਫਿਰ ਐਕਸਪ੍ਰੈਸ ਐਂਟਰੀ ਡਰਾਅ ਹੋਵੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਪ੍ਰੈਲ ਮਹੀਨਾ PNP ਡਰਾਅ ਦੇ ਤਹਿਤ ਕਿਸ ਤਰ੍ਹਾਂ ਦਾ ਰਿਹਾ, ਜਾਣੀ ਕਿ ਕਿੰਨੇ ਡਰਾਅ ਕਿਸ ਪ੍ਰੋਵਿੰਸ ਵੱਲੋਂ ਐਲਾਨ ਕੀਤੇ ਗਏ ਅਤੇ ਕਿੰਨੇ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। PNP ਡਰਾਅ ਦੇ ਤਹਿਤ ਅਪ੍ਰੈਲ ਮਹੀਨੇ ਕਈ ਇਨਵੀਟੇਸ਼ਨ ਜਾਰੀ ਕੀਤੇ ਗਏ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਪਿਛਲੇ ਮਹੀਨੇ 3625 ਸੱਦੇ ਦਿੱਤੇ ਗਏ। ਦੱਸ ਦਈਏ ਕਿ ਕਿਊਬੈਕ ਅਤੇ ਨੁਨਾਵਤ ਤੋਂ ਇਲਾਵਾ ਬਾਕੀ ਸਾਰੇ ਸੂਬਿਆਂ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦਾ ਐਲਾਨ ਕੀਤਾ ਜਾਂਦਾ ਹੈ, ਜਿਸ ਦੇ ਤਹਿਤ ਵੱਖ-ਵੱਖ ਉਮੀਦਵਾਰਾਂ ਨੂੰ ਸੱਦੇ ਦਿੱਤੇ ਜਾਂਦੇ ਨੇ। ਇਹਨਾਂ PNP ਡਰਾਅ ਦੇ ਬਾਰੇ ਵਿੱਚ ਹਰ ਇੱਕ ਸੂਬੇ ਦਾ ਆਪਣਾ ਕ੍ਰਾਈਟੇਰੀਆ ਹੈ। ਇਹਨਾਂ ਪ੍ਰੋਗਰਾਮ ਦੇ ਤਹਿਤ ਪ੍ਰੋਵਿੰਸ਼ੀਅਲ ਸਰਕਾਰ ਨੂੰ ਇਹ ਮੌਕਾ ਮਿਲਦਾ ਹੈ ਕਿ ਉਹਨਾਂ तमाम ਲੋਕਾਂ ਦੀ ਚੋਣ ਕਰਨ ਜਿਹੜੇ ਕਿ ਲੋਕਲ ਮਾਰਕੀਟ ਨੀਡਸ ਨੂੰ ਪੂਰਾ ਕਰਦੇ ਨੇ। ਦੱਸ ਦਈਏ ਕਿ PNP ਡਰਾਅ ਕੈਨੇਡਾ ਦੇ ਵਿੱਚ PR ਹਾਸਲ ਕਰਨ ਦੇ ਲਈ ਇੱਕ ਬਹੁਤ ਵੱਡਾ ਜ਼ਰੀਆ ਹਨ। ਹੁਣ ਤੋਂ ਲੈ ਕੇ 2023 ਤੱਕ 80,000 ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਹਰ ਸਾਲ ਕੀਤਾ ਜਾਵੇਗਾ, ਜੋ ਕਿ ਇਹਨਾਂ ਪ੍ਰੋਵਿੰਸ਼ੀਅਲ ਪ੍ਰੋਗਰਾਮ ਦੇ ਜ਼ਰੀਏ ਹੋਵੇਗਾ। ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਸਸਕੈਚੁਆਨ, ਮੈਨੀਟੋਬਾ, ਓਨਟਾਰੀਓ, ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਸਕਿੱਲਸ ਅਤੇ ਪ੍ਰੋਫੈਸ਼ਨਲ ਐਕਸਪੀਰੀਅੰਸ ਦੇ ਆਧਾਰ ਦੇ ਉੱਪਰ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਹਾਲ ਹੀ ਦੇ ਵਿੱਚ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦਾ ਐਲਾਨ ਅਪ੍ਰੈਲ 13 ਨੂੰ ਕੀਤਾ ਗਿਆ, ਜਿਸ ਦੇ ਤਹਿਤ 528 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦੇ ਮਿਲੇ। ਇਸ ਦੇ ਨਾਲ ਹੀ ਅਪ੍ਰੈਲ ਮਹੀਨੇ ਓਨਟਾਰੀਓ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਨਿਊ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਕਿ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਾਸਤੇ ਹੋਵੇਗਾ। ਅਲਬਰਟਾ ਵੱਲੋਂ ਅਪ੍ਰੈਲ ਮਹੀਨੇ 2 ਡਰਾਅ ਦਾ ਐਲਾਨ ਕੀਤਾ ਗਿਆ, ਜਿੱਥੇ 400 ਕੈਂਡੀਡੇਟਸ ਨੂੰ ਸੱਦੇ ਮਿਲੇ। ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਵੱਲੋਂ ਅਪ੍ਰੈਲ ਮਹੀਨੇ 2 ਇਨਵੀਟੇਸ਼ਨ ਰਾਉਂਡ ਕੱਢੇ ਗਏ, ਜਿਹੜੇ ਕਿ ਐਕਸਪ੍ਰੈਸ ਐਂਟਰੀ ਅਤੇ ਆਕੂਪੇਸ਼ਨ ਇਨ ਡਿਮਾਂਡ ਸਬ ਕੈਟਾਗਰੀਜ਼ ਦੇ ਅਧੀਨ ਸਨ। ਇਸ ਦੇ ਤਹਿਤ 548 ਇਨਵੀਟੇਸ਼ਨ ਉਮੀਦਵਾਰਾਂ ਨੂੰ ਮਿਲੇ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਵੱਲੋਂ ਅਪ੍ਰੈਲ ਮਹੀਨੇ 3 ਡਰਾਅ ਕੱਢੇ ਗਏ, ਜਿਸ ਦੇ ਵਿੱਚ ਉਹਨਾਂ ਵੱਲੋਂ 1009 ਲੈਟਰਸ ਆਫ ਐਡਵਾਈਸ ਟੂ ਅਪਲਾਈ ਉਮੀਦਵਾਰਾਂ ਨੂੰ ਦਿੱਤੇ ਗਏ। ਇਹ ਲੈਟਰ ਆਫ ਐਡਵਾਈਸ ਟੂ ਅਪਲਾਈ ਜਿਹੜੇ ਉਮੀਦਵਾਰਾਂ ਨੂੰ ਦਿੱਤੇ ਗਏ ਉਹ ਸਕਿਲਡ ਵਰਕਰਸ ਇਨ ਮੈਨੀਟੋਬਾ, ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਤੇ ਸਕਿਲਡ ਵਰਕਰਸ ਓਵਰਸੀ ਤਹਿਤ ਜਾਰੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ, ਸਕਿਲਸ ਇਮੀਗ੍ਰੇਸ਼ਨ, ਐਂਟਰਪ੍ਰੈਨਿਓਰ ਸਟਰੀਮ ਅਤੇ ਟੈਕ ਪਾਇਲਟ ਦੇ ਅਧੀਨ ਇਨਵੀਟੇਸ਼ਨ ਦਿੱਤੇ ਗਏ, ਜੋ ਕਿ 984 ਸਨ। ਅਪ੍ਰੈਲ ਮਹੀਨੇ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਅਪ੍ਰੈਲ 15 ਨੂੰ ਡਰਾਅ ਕੱਢਿਆ ਗਿਆ, ਜਿੱਥੇ 156 ਉਮੀਦਵਾਰਾਂ ਦੀ ਕਿਸਮਤ ਜਾਗੀ।
ਅਮਰੀਕਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਭਾਰਤ ਦੇ ਨਾਲ ਉਡਾਨਾਂ ਬੰਦ ਕੀਤੀਆਂ ਜਾਣਗੀਆਂ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸੇ ਦੇ ਚੱਲਦਿਆਂ ਕਈ ਦੇਸ਼ ਨੇ ਜਿਨ੍ਹਾਂ ਵੱਲੋਂ ਭਾਰਤ ਦੇ ਨਾਲ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ। ਇਸੇ ਦੇ ਚੱਲਦਿਆਂ ਹੁਣ ਅਮਰੀਕਾ ਵੱਲੋਂ ਐਲਾਨ ਕੀਤਾ ਗਿਆ ਕਿ 4 ਮਈ ਤੋਂ ਭਾਰਤ ਦੇ ਨਾਲ ਉਡਾਨਾਂ ਬੰਦ ਕੀਤੀਆਂ ਜਾ ਰਹੀਆਂ ਹਨ। ਕੈਨੇਡਾ ਵੱਲੋਂ ਭਾਰਤ ਦੇ ਨਾਲ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਤੇ ਉਧਰ ਹੁਣ ਅਮਰੀਕਾ ਵੱਲੋਂ ਵੀ ਫੈਸਲਾ ਸੁਣਾਇਆ ਗਿਆ, ਜਿੱਥੇ 4 ਮਈ ਤੋਂ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਅਮਰੀਕਾ ਵੱਲੋਂ ਰੋਕ ਲਗਾਈ ਜਾ ਰਹੀ ਹੈ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਕੋਰੋਨਾ ਪੋਜ਼ਿਟਿਵ ਹੋ ਰਹੇ ਹਨ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਅਮਰੀਕਾ ਨੇ ਫੈਸਲਾ ਲਿਆ, ਜਿੱਥੇ ਉਹਨਾਂ ਨੇ ਕਿਹਾ ਕਿ 4 ਮਈ ਤੋਂ ਭਾਰਤ ਤੋਂ ਅਮਰੀਕਾ ਦੇ ਲਈ ਯਾਤਰਾ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਜਾਵੇਗੀ। ਇਸ ਦੀ ਜਾਣਕਾਰੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਵੱਲੋਂ ਸਾਂਝੀ ਕੀਤੀ ਗਈ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਇਸ ਗੱਲ ਦੀ ਸਿਫਾਰਿਸ਼ ਕੀਤੀ ਗਈ ਸੀ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਭਾਰਤ ਦੇ ਵਿੱਚ ਜੋ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ, ਉੱਥੇ ਹੁਣ ਸਖਤੀ ਦੇ ਨਾਲ ਫੈਸਲਾ ਲਿਆ ਜਾਵੇ। ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਜਾ ਚੁੱਕੀ ਹੈ ਕਿ ਜਿਹੜੇ ਵੀ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਨੇ ਉਹ ਅਜਿਹਾ ਨਾ ਕਰਨ ਅਤੇ ਜਿਹੜੇ ਵੀ ਭਾਰਤ ਦੇ ਵਿੱਚ ਹਨ ਉਹ ਜਲਦ ਤੋਂ ਜਲਦ ਵਾਪਸ ਆ ਜਾਣ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਕਈ ਦੇਸ਼ਾਂ ਵੱਲੋਂ ਅਜਿਹਾ ਫੈਸਲਾ ਲਿਆ ਗਿਆ, ਜਿੱਥੇ ਉਹਨਾਂ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਹੈ, ਕਿਉਂਕਿ ਭਾਰਤ ਦੇ ਵਿੱਚ ਜੋ ਕੋਰੋਨਾ ਵਾਇਰਸ ਦਾ ਮਿਊਟੈਂਟ ਪਾਇਆ ਗਿਆ ਉਸ ਦੇ ਨਾਲ ਇੱਕ ਵਾਰ ਫਿਰ ਤੋਂ ਚਿੰਤਾ ਵੱਧ ਗਈ ਹੈ। ਇਸੇ ਦੇ ਚੱਲਦਿਆਂ ਪਹਿਲਾਂ ਕੈਨੇਡਾ ਵੱਲੋਂ ਵੀ ਫੈਸਲਾ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ 30 ਦਿਨਾਂ ਵਾਸਤੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ। 2016 ਨੂੰ ਟੋਰਾਂਟੋ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਸੀ, ਜਿਸ ਦੇ ਵਿੱਚ 4 ਜਾਣਿਆਂ ਦੀ ਜਾਨ ਚਲੀ ਗਈ ਸੀ। ਹੁਣ ਇਸ ਦੇ ਉੱਪਰ ਫੈਸਲਾ ਆਇਆ ਅਤੇ ਟਰੱਕ ਡਰਾਈਵਰ ਨੂੰ ਦੋਸ਼ੀ ਪਾਇਆ ਗਿਆ। ਇਸ ਨੂੰ ਕਿੰਨੇ ਸਾਲ ਦੀ ਸਜ਼ਾ ਹੋਏਗੀ, ਇਸ ਦੇ ਉੱਪਰ ਫੈਸਲਾ ਅਜੇ ਆਉਣਾ ਬਾਕੀ ਹੈ। ਕਿਹਾ ਜਾ ਰਿਹਾ ਹੈ ਕਿ ਜੂਨ ਮਹੀਨੇ ਦੇ ਵਿੱਚ ਇਸ ਦੇ ਉੱਪਰ ਫੈਸਲਾ ਆ ਸਕਦਾ ਹੈ। ਜਿਸ ਟਰੱਕ ਡਰਾਈਵਰ ਨੂੰ ਇਸ ਦੇ ਵਿੱਚ ਦੋਸ਼ੀ ਪਾਇਆ ਗਿਆ ਉਹ ਪੰਜਾਬੀ ਦੱਸਿਆ ਗਿਆ। ਕੈਨੇਡਾ ਦੇ ਟੋਰਾਂਟੋ ਦੇ ਵਿੱਚ ਜਿਹੜਾ ਇੱਕ ਸੜਕ ਹਾਦਸਾ ਹੋਇਆ ਸੀ, ਜਿਸ ਦੇ ਵਿੱਚ 4 ਜਾਣਿਆਂ ਦੀ ਜਾਨ ਚਲੀ ਗਈ ਸੀ, ਉਸ ਮਾਮਲੇ ਦੇ ਵਿੱਚ ਟਰੱਕ ਡਰਾਈਵਰ ਨੂੰ ਦੋਸ਼ੀ ਕਰਾਰ ਕੀਤਾ ਗਿਆ ਹੈ। ਇਹ ਘਟਨਾ ਟੋਰਾਂਟੋ ਦੇ ਹਾਈਵੇ 400 ਦੇ ਉੱਪਰ ਵਾਪਰੀ ਸੀ, ਜੋ ਕਿ 24 ਜੂਨ 2016 ਦੀ ਸੀ। ਇਸ ਦੌਰਾਨ ਜੋ ਸੜਕ ਹਾਦਸਾ ਵਾਪਰਿਆ, ਇਸ ਦੇ ਵਿੱਚ 4 ਜਾਣਿਆਂ ਦੀ ਜਾਨ ਚਲੀ ਗਈ ਸੀ। ਇਸ ਮਾਮਲੇ ਦੇ ਵਿੱਚ ਓਨਟਾਰੀਓ ਦੀ ਸੁਪੀਰੀਅਰ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ, ਜਿੱਥੇ ਜੱਜ ਮਾਈਕਲ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਟਰੱਕ ਡਰਾਈਵਰ ਦੋਸ਼ੀ ਹੈ। ਜੀ ਹਾਂ, ਇਸ ਜੱਜ ਵੱਲੋਂ 40 ਸਾਲਾ ਟਰੱਕ ਡਰਾਈਵਰ, ਜਿਸ ਦਾ ਨਾਮ ਸਰਬਜੀਤ ਮਠਾਰੂ ਦੱਸਿਆ ਗਿਆ, ਉਸ ਨੂੰ ਦੋਸ਼ੀ ਠਹਿਰਾਇਆ ਗਿਆ। ਅਦਾਲਤ ਵੱਲੋਂ ਜੋ ਆਪਣਾ ਫੈਸਲਾ ਸੁਣਾਇਆ ਗਿਆ, ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਰਬਜੀਤ ਮਠਾਰੂ ਸਿਰਫ 2 ਘੰਟੇ ਦੇ ਲਈ ਹੀ ਸੁੱਤਾ ਸੀ, ਪਰ ਉਸ ਵੱਲੋਂ ਆਪਣੀ ਲੌਗਬੁੱਕ ਦੇ ਨਾਲ ਛੇੜਖਾਨੀ ਕੀਤੀ ਗਈ, ਜਿਸ ਦੇ ਚੱਲਦਿਆਂ ਉਹ ਟਰੱਕ ਚਲਾਉਂਦਾ ਰਿਹਾ ਅਤੇ ਦੂਸਰਾ 80 ਕਿਲੋਮੀਟਰ ਪ੍ਰਤੀ ਘੰਟੇ ਦੇ ਕੰਸਟਰਕਸ਼ਨ ਜ਼ੋਨ ਦੇ ਵਿੱਚ 90 ਕਿਲੋਮੀਟਰ ਪ੍ਰਤੀ ਘੰਟੇ ਦੇ ਉੱਪਰ ਉਸ ਵੱਲੋਂ ਟਰੱਕ ਚਲਾਇਆ ਜਾ ਰਿਹਾ ਸੀ। ਇਸ ਟਰੱਕ ਡਰਾਈਵਰ ਨੂੰ ਦੋਸ਼ੀ ਪਾਇਆ ਗਿਆ ਹੈ, ਪਰ ਇਸ ਦੀ ਸਜ਼ਾ ਦਾ ਐਲਾਨ ਹੋਣਾ ਅਜੇ ਬਾਕੀ ਹੈ, ਜੋ ਕਿ ਜੂਨ ਮਹੀਨੇ ਦੇ ਵਿੱਚ ਹੋ ਸਕਦਾ ਹੈ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਚੱਲ ਰਹੀ ਹੈ, ਪਰ ਇਸ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਨੌਜਵਾਨਾਂ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਦੀ ਉਮਰ ਜ਼ਿਆਦਾ ਹੈ, ਉਹਨਾਂ ਨੂੰ ਤਾਂ ਇਸ ਸਮੇਂ ਕੈਨੇਡਾ ਦੇ ਵਿੱਚ ਕੋਰੋਨਾ ਵੈਕਸੀਨ ਲਗਾਏ ਜਾ ਰਹੇ ਹਨ। ਉਸ ਤੋਂ ਬਾਅਦ ਇਹ ਦੇਖਣ ਦੇ ਵਿੱਚ ਆਇਆ ਕਿ ਨੌਜਵਾਨਾਂ ਦੀ ਗਿਣਤੀ ਹਸਪਤਾਲਾਂ ਦੇ ਵਿੱਚ ਵੀ ਵੱਧ ਰਹੀ ਹੈ ਤੇ ਕਈ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਵੀ ਆ ਰਹੇ ਹਨ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਚੱਲ ਰਹੀ ਹੈ, ਪਰ ਇਸ ਦੇ ਵਿੱਚ ਇਹ ਦੇਖਿਆ ਗਿਆ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਮਰੀਜ਼ਾਂ ਦੀ ਗਿਣਤੀ ਵੱਧ ਹੈ, ਉਹਨਾਂ ਦੇ ਵਿੱਚ ਨੌਜਵਾਨ ਸ਼ਾਮਿਲ ਹਨ, ਜਿਸ ਦਾ ਮਤਲਬ ਹੈ ਕਿ ਇਸ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦਾ ਸਭ ਤੋਂ ਵੱਧ ਪ੍ਰਭਾਵ ਨੌਜਵਾਨਾਂ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ। ਜਿਹੜੇ ਵੱਧ ਉਮਰ ਦੇ ਲੋਕ ਨੇ, ਇਸ ਸਮੇਂ ਉਹਨਾਂ ਨੂੰ ਟੀਕਾ ਲਗਾਇਆ ਚੱਲ ਰਿਹਾ ਹੈ। ਨਤੀਜੇ ਵਜੋਂ ਕੋਰੋਨਾ ਵਾਇਰਸ ਦਾ ਭਾਰ ਇਸ ਸਮੇਂ ਕੈਨੇਡਾ ਦੇ ਨੌਜਵਾਨਾਂ ਦੇ ਉੱਪਰ ਆ ਗਿਆ। ਹੈਲਥ ਕੈਨੇਡਾ ਵੱਲੋਂ ਇੱਕ ਅੰਕੜਾ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਅਪ੍ਰੈਲ ਮਹੀਨੇ ਹਸਪਤਾਲਾਂ ਦੇ ਵਿੱਚ ਜਿਹੜੇ ਲੋਕ ਸ਼ਾਮਿਲ ਹੋਏ, ਉਹਨਾਂ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਗਿਣਤੀ ਕਾਫੀ ਘੱਟ ਰਹੀ। ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੇਰੇਸਾ ਟੇਮ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ਼ੁਰੂਆਤੀ ਸਮੇਂ ਕੋਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਜਿਹੜੇ ਵੱਡੀ ਉਮਰ ਦੇ ਲੋਕ ਸਨ, ਉਹ ਪਾਏ ਗਏ, ਪਰ ਹੁਣ ਨੌਜਵਾਨ ਵੀ ਕੋਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋਰੋਨਾ ਵੇਰੀਐਂਟ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਫੈਲ ਰਿਹਾ ਹੈ, ਜਿਸ ਦੇ ਕਰਕੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਨਫੈਕਟ ਹੋ ਰਹੇ ਹਨ। ਪਿਛਲੇ ਹਫ਼ਤੇ ਖਬਰ ਸਾਹਮਣੇ ਆਈ ਸੀ ਕਿ ਬ੍ਰੈਂਪਟਨ, ਓਨਟਾਰੀਓ ਦੀ 13 ਸਾਲਾ ਲੜਕੀ ਜੋ ਕਿ ਕੋਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਸੀ, ਉਸ ਦੀ ਮੌਤ ਹੋ ਗਈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 20 ਸਾਲ ਦੇ ਪੇਸ਼ੈਂਟ ਦੀ ਪਿਛਲੇ ਹਫ਼ਤੇ ਜਾਨ ਚਲੀ ਗਈ, ਜੋ ਕਿ ਕੋਰੋਨਾ ਵਾਇਰਸ ਦੀ ਗ੍ਰਿਫਤ ਵਿੱਚ ਸੀ।
ਇਸ ਦੇ ਨਾਲ ਹੀ ਪ੍ਰੋਵਿੰਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਇੱਕ ਨਵਜੰਮਾ ਬੱਚਾ ਜਿਸ ਦੀ ਉਮਰ 2 ਸਾਲ ਤੋਂ ਘੱਟ ਦੱਸੀ ਗਈ, ਉਸ ਦੀ ਮੌਤ ਦਾ ਕਾਰਨ ਵੀ ਕੋਰੋਨਾ ਵਾਇਰਸ ਬਣਿਆ। ਅਪ੍ਰੈਲ 23 ਤੱਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੈਨੇਡਾ ਦੇ ਵਿੱਚ 8 ਅਜਿਹੇ ਲੋਕ ਸਨ ਜਿਨ੍ਹਾਂ ਦੀ ਉਮਰ 19 ਸਾਲ ਜਾਂ ਫਿਰ ਇਸ ਦੇ ਆਸ-ਪਾਸ ਸੀ, ਉਹਨਾਂ ਦੀ ਕੋਰੋਨਾ ਵਾਇਰਸ ਦੇ ਚੱਲਦਿਆਂ ਮੌਤ ਹੋਈ। ਮਾਰਚ 26 ਤੋਂ ਅਪ੍ਰੈਲ 23 ਤੱਕ ਦਾ ਅੰਕੜਾ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਦੱਸਿਆ ਗਿਆ ਕਿ 70 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਮੌਤ ਦੇ ਵਿੱਚ 77% ਦੀ ਗਿਰਾਵਟ ਦੇਖੀ ਗਈ। ਇਸ ਉਮਰ ਦੇ ਲੋਕਾਂ ਦੀ ਹਸਪਤਾਲ ਦੇ ਵਿੱਚ ਗਿਣਤੀ ਵੀ 44% ਹੇਠਾਂ ਆਈ ਹੈ ਅਤੇ ਇੰਟੈਂਸਿਵ ਕੇਅਰ ਦੇ ਵਿੱਚ ਇਹ 15% ਘਟ ਰਹੀ। ਜਿਹੜੇ ਲੋਕਾਂ ਦੀ ਉਮਰ 40 ਸਾਲ ਦੇ ਕਰੀਬ ਹੈ, ਉਹਨਾਂ ਦੇ ਹਸਪਤਾਲਾਂ ਦੇ ਵਿੱਚ ਗਿਣਤੀ 65% ਵੱਧ ਹੋਈ ਹੈ। ਜਿਹੜੇ ਲੋਕਾਂ ਦੀ ਉਮਰ 20 ਸਾਲ ਤੋਂ 30 ਸਾਲ ਦੇ ਵਿਚਕਾਰ ਹੈ, ਉਹਨਾਂ ਦੀ ਹਸਪਤਾਲ ਦੇ ਵਿੱਚ ਗਿਣਤੀ 40% ਦੇ ਨਾਲ ਵਧੀ ਹੈ ਅਤੇ ICU ਦੇ ਵਿੱਚ 57% ਵਾਧਾ ਦੇਖਿਆ ਗਿਆ। ਫਾਈਜ਼ਰ, ਐਸਟ੍ਰਾਜੈਨੇਕਾ ਅਤੇ ਜੌਨਸਨ ਟੀਕੇ ਤੋਂ ਬਾਅਦ ਮੋਡਰਨਾ ਵੈਕਸੀਨ ਨੂੰ ਵੀ WHO ਵੱਲੋਂ ਹਰੀ ਝੰਡੀ ਮਿਲ ਗਈ ਹੈ। ਜੀ ਹਾਂ, ਵਿਸ਼ਵ ਸਿਹਤ ਸੰਗਠਨ ਵੱਲੋਂ ਮੋਡਰਨਾ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਮੋਡਰਨਾ ਵੈਕਸੀਨ ਨੂੰ ਹਰੀ ਝੰਡੀ ਦਿੱਤੀ ਗਈ। ਜੀ ਹਾਂ, WHO ਵੱਲੋਂ ਮੋਡਰਨਾ ਵੈਕਸੀਨ ਦੇ ਐਮਰਜੈਂਸੀ ਯੂਜ਼ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ WHO ਵੱਲੋਂ ਐਸਟ੍ਰਾਜੈਨੇਕਾ, ਫਾਈਜ਼ਰ ਅਤੇ ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਵੀ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਦਿੱਤੀ ਗਈ ਹੈ। ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ WHO ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਚਾਈਨਾ ਦੀ ਵੈਕਸੀਨ ਨੂੰ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਮੋਡਰਨਾ ਵੈਕਸੀਨ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਇਸ ਨੂੰ ਅਪਰੂਵ ਕੀਤਾ ਗਿਆ। ਇਸ ਬਾਰੇ ਸਾਰੀ ਜਾਣਕਾਰੀ CEO ਸਟੀਫਨ ਵੱਲੋਂ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਮੋਡਰਨਾ ਵੈਕਸੀਨ ਨੂੰ ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਹਰੀ ਝੰਡੀ ਦਿੱਤੀ ਗਈ ਹੈ। ਇਸ ਟੀਕੇ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਡਾਟਾ ਪਹੁੰਚਾਉਣ ਦੇ ਵਿੱਚ ਦੇਰੀ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਅਪਰੂਵਲ ਦੇ ਲਈ ਕਾਫੀ ਸਮਾਂ ਲੱਗ ਗਿਆ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਵੱਲੋਂ ਫਾਈਜ਼ਰ, ਐਸਟ੍ਰਾਜੈਨੇਕਾ ਅਤੇ ਜੌਨਸਨ ਐਂਡ ਜੌਨਸਨ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਦਾ ਮਤਲਬ ਹੈ ਕਿ ਇਹਨਾਂ ਟੀਕਿਆਂ ਨੂੰ ਐਮਰਜੈਂਸੀ ਯੂਜ਼ ਦੀ ਪਰਮਿਸ਼ਨ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਇਹ ਜਿਹੜੀ ਇਜਾਜ਼ਤ ਹੈ ਉਹ ਮੋਡਰਨਾ ਟੀਕੇ ਨੂੰ ਵੀ ਮਿਲ ਗਈ। ਕੈਨੇਡਾ ਦੇ ਹੈਲੀਫੈਕਸ ਦੇ ਵਿੱਚ ਕੋਰੋਨਾ ਨਿਯਮਾਂ ਦਾ ਉਲੰਘਣ ਕਰਨਾ ਕਾਫੀ ਜ਼ਿਆਦਾ ਭਾਰੀ ਪਿਆ, ਜਿੱਥੇ 10 ਲੋਕਾਂ ਨੂੰ ਪਾਰਟੀ ਕਰਨ ਦੇ ਚੱਲਦਿਆਂ ਜੁਰਮਾਨਾ ਲਗਾਇਆ ਗਿਆ। ਦਰਅਸਲ ਪ੍ਰੋਵਿੰਸ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਲਾਕਡਾਊਨ ਲਗਾਇਆ ਗਿਆ, ਜਿੱਥੇ ਇਕੱਠ ਕਰਨ ਤੋਂ ਮਨਾ ਕੀਤਾ ਗਿਆ, ਪਰ ਦੂਜੇ ਪਾਸੇ ਕਈ ਲੋਕ ਅਜਿਹੇ ਹਨ ਜਿਨ੍ਹਾਂ ਵੱਲੋਂ ਨਿਯਮਾਂ ਦਾ ਉਲੰਘਣ ਕਰਕੇ ਪਾਰਟੀ ਕੀਤੀ ਜਾ ਰਹੀ ਸੀ। ਹੁਣ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਅਜਿਹਾ ਕਰਨ ਦੇ ਉੱਪਰ ਟਿਕਟਾਂ ਜਾਰੀ ਕੀਤੀਆਂ ਗਈਆਂ, ਜਿੱਥੇ ਉਹਨਾਂ ਨੂੰ ਜੁਰਮਾਨਾ ਲਗਾਇਆ ਗਿਆ ਹੈ। ਕੋਰੋਨਾ ਵਾਇਰਸ ਦੇ ਨਿਯਮਾਂ ਦੇ ਉਲਟ ਜਾ ਕੇ ਹੈਲੀਫੈਕਸ ਦੇ ਵਿੱਚ ਲੋਕਾਂ ਨੂੰ ਪਾਰਟੀ ਕਰਨੀ ਮਹਿੰਗੀ ਪੈ ਗਈ, ਕਿਉਂਕਿ ਅਜਿਹਾ ਕਰਨ ਦੇ ਉੱਪਰ 10 ਜਾਣਿਆਂ ਨੂੰ ਜੁਰਮਾਨਾ ਲਗਾਇਆ ਗਿਆ। ਹੈਲੀਫੈਕਸ ਦੇ ਵਿੱਚ ਇਕੱਠ ਕਰਨ ਅਤੇ ਪਾਰਟੀ ਕਰਨ ਦੇ ਚੱਲਦਿਆਂ 10 ਜਾਣਿਆਂ ਨੂੰ ਭਾਰੀ ਜੁਰਮਾਨਾ ਲਗਾਇਆ ਗਿਆ। ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੋਵਿੰਸ ਦੇ ਵਿੱਚ ਲਾਕਡਾਊਨ ਲਗਾਇਆ ਗਿਆ, ਪਰ ਉੱਧਰ ਕਈ ਲੋਕ ਹਨ ਜਿਨ੍ਹਾਂ ਵੱਲੋਂ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ। ਹੈਲੀਫੈਕਸ ਰੀਜਨਲ ਪੁਲਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਹੈਲੀਫੈਕਸ ਦੇ ਪਾਰਕਰ ਸਟਰੀਟ ਦੇ 2000 ਤੋਂ 3000 ਬਲਾਕ ਦੇ ਵਿੱਚੋਂ ਉਹਨਾਂ ਨੂੰ ਪਾਰਟੀ ਦੀ ਬਾਰੇ ਜਾਣਕਾਰੀ ਮਿਲੀ ਸੀ। ਇਸ ਮੌਕੇ ਪੁਲਿਸ ਪਹੁੰਚੀ ਤੇ ਉਹਨਾਂ ਨੂੰ ਪਤਾ ਚੱਲਿਆ ਕਿ ਕਿਸ ਤਰ੍ਹਾਂ ਇੱਥੇ ਇਕੱਠ ਦੇ ਨਾਲ ਪਾਰਟੀ ਕੀਤੀ ਜਾ ਰਹੀ ਸੀ। ਇਸ ਸਮੇਂ ਪ੍ਰੋਵਿੰਸ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਸਖਤੀਆਂ ਕੀਤੀਆਂ ਗਈਆਂ, ਜਿੱਥੇ ਇਕੱਠ ਕਰਨ ਤੋਂ ਮਨਾਹੀ ਹੈ। ਸਿਰਫ 2 ਜਾਣਿਆਂ ਨੂੰ ਹੀ ਸੋਸ਼ਲਾਈਜ਼ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿੱਥੇ 2 ਜਾਣੇ ਸੋਸ਼ਲ ਡਿਸਟੈਂਸਿੰਗ ਤੋਂ ਬਿਨਾਂ ਇਕੱਠ ਕਰ ਸਕਦੇ ਹਨ। ਪਰ ਜੋ ਹੈਲੀਫੈਕਸ ਤੋਂ ਮਾਮਲਾ ਸਾਹਮਣੇ ਆਇਆ, ਇੱਥੇ ਕਈ ਲੋਕ ਸ਼ਾਮਲ ਸਨ ਜਿਨ੍ਹਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਿਆ ਗਿਆ ਅਤੇ ਨਾ ਹੀ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਵੀ ਉਲੰਘਣ ਕੀਤਾ ਗਿਆ। ਦੱਸ ਦਈਏ ਕਿ ਪੁਲਿਸ ਵੱਲੋਂ ਦੱਸਿਆ ਗਿਆ ਕਿ 10 ਜਾਣਿਆਂ ਨੂੰ ਹੈਲਥ ਪ੍ਰੋਟੈਕਸ਼ਨ ਐਕਟ ਦੇ ਅਧੀਨ ਟਿਕਟਾਂ ਜਾਰੀ ਕੀਤੀਆਂ ਗਈਆਂ, ਜਿੱਥੇ ਉਹਨਾਂ ਨੂੰ $2000 ਦਾ ਜੁਰਮਾਨਾ ਲਗਾਇਆ ਗਿਆ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਜਾਣ ਕੇ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ ਕੀ ਹਨ। ਦੱਸਾਂਗੇ ਕੈਨੇਡਾ ਦੀ ਕੋਵਿਡ-19 ਅਪਡੇਟ। ਓਨਟਾਰੀਓ ਤੋਂ ਕੋਰੋਨਾ ਵਾਇਰਸ ਦੇ 24 ਘੰਟਿਆਂ ਦੌਰਾਨ 3369 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 29 ਲੋਕਾਂ ਦੀ ਜਾਨ ਵੀ ਇਸ ਵਾਇਰਸ ਦੇ ਕਰਕੇ ਚਲੀ ਗਈ। ਹਸਪਤਾਲ ਦੇ ਵਿੱਚ 2152 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 637 ਵੈਂਟੀਲੇਟਰ ਦੇ ਉੱਪਰ ਨੇ। ਟੋਰਾਂਟੋ ਤੋਂ 1050, ਪੀਲ ਰੀਜਨ ਤੋਂ 819, ਯਾਰਕ ਰੀਜਨ ਤੋਂ 286, ਆਟਵਾ ਤੋਂ 158, ਦੁਹਰਮ ਰੀਜਨ ਤੋਂ 157 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ।
ਕਿਬੈਕ ਤੋਂ 1101 ਦੇ ਕਰੀਬ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਅਤੇ 7 ਜਾਨਾਂ ਇਸ ਵਾਇਰਸ ਨੇ ਲੈ ਲਈਆਂ। ਇਸ ਦੇ ਨਾਲ ਹੀ ਹੁਣ ਤੱਕ 3,50,874 ਦੇ ਕਰੀਬ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਹੁਣ ਤੱਕ 10,933 ਦੇ ਕਰੀਬ ਜਾਨਾਂ ਜਾ ਚੁੱਕੀਆਂ ਹਨ। ਹਸਪਤਾਲ ਦੇ ਵਿੱਚ 578 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 159 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ 2 ਜਾਣਿਆਂ ਦੀ ਕੋਰੋਨਾ ਵਾਇਰਸ ਦੇ ਕਾਰਨ ਜਾਨ ਚਲੀ ਗਈ ਅਤੇ ਇਸ ਦੇ ਨਾਲ ਹੀ 273 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 1.22 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। 24,260 ਦੇ ਕਰੀਬ ਜਾਨਾਂ ਇਸ ਵਾਇਰਸ ਕਾਰਨ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 1.12 ਮਿਲੀਅਨ ਦੇ ਕਰੀਬ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੈ, ਜਾਣੀ ਕਿ ਕੈਨੇਡਾ ਦੇ ਵਿੱਚ ਰਿਕਵਰਡ ਕੇਸ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਨਹੀਂ ਲੱਗੇਗਾ ਜੌਨਸਨ ਟੀਕਾ, ਵੈਕਸੀਨ ਦੇ ਬੈਚ ਦੇ ਵਿੱਚ ਨਿਕਲੀ ਗੜਬੜ। ਨਹੀਂ ਜਾ ਸਕੀ ਪੰਜਾਬੀ ਦੀ ਮ੍ਰਿਤਕ ਦੇ ਭਾਰਤ ਉਡਾਨਾਂ ਤੇ ਰੋਕ ਕਾਰਨ ਹੋਈ ਦੇਰੀ। ਫਰਵਰੀ ਮਹੀਨਾ ਰਿਹਾ ਕੈਨੇਡਾ ਦੀ ਆਰਥਿਕਤਾ ਦੇ ਲਈ ਚੰਗਾ, ਜਾਣੋ ਕਿੰਨੇ ਫੀਸਦੀ ਹੋਇਆ ਵਾਧਾ। ਟੈਕਸਸ ਤੋਂ ਆਇਆ ਮਨੁੱਖੀ ਤਸਕਰੀ ਦਾ ਮਾਮਲਾ ਸਾਹਮਣੇ, 90 ਤੋਂ ਵੱਧ ਲੋਕ ਸਨ ਘਰ ਦੇ ਵਿੱਚ ਕੈਦ। ਟਰੂਡੋ ਨੇ ਸਿਹਤ ਕਰਮਚਾਰੀਆਂ ਦਾ ਕੀਤਾ ਧੰਨਵਾਦ, ਕੋਰੋਨਾ ਦੌਰਾਨ ਪਾਏ ਯੋਗਦਾਨ ਨੂੰ ਕੀਤਾ ਸਲਾਮ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।